Good morning, students. In this lecture, we will cover the beer fermentation, production of beer. How we can prepare the beer. Last time we have done how to prepare the alcohol. Alcohol is C2H5OH. Now beer production ਕਿਵੇਂ ਕਰਨੀ ਹੈਗੀ ਆ? Beer production ਅਸੀਂ ਕਰਨੀ ਹੈਗੀ ਆ grain mash fermentation ਤੋਂ। ਔਰ ਮਾਈਕਰੋਆਰਗੈਨਿਜ਼ਮ ਕਿਹੜਾ ਯੂਜ਼ ਕਰਨਾ ਹੈਗਾ? ਯੀਸਟ ਹੀ ਕਰਾਂਗੇ ਇੱਥੇ। ਬੀਅਰ ਫਰਮੈਂਟੇਸ਼ਨ ਦੇ ਵਿੱਚ ਜਿਹੜੇ ਹੈਗੇ ਆ ਅਸੀਂ ਸਟਾਰਚੀ ਰॉ ਮਟੀਰੀਅਲ ਜਿਹੜਾ ਹੈਗਾ ਉਹਨੂੰ ਅਸੀਂ ਕਨਵਰਟ ਕਰਨਾ ਹੈਗਾ ਸ਼ੂਗਰਸ ਐਂਡ ਦੈਨ ਇਨਟੂ ਅਲਕੋਹਲ। ਠੀਕ ਹੈ, ਪਹਿਲਾਂ ਸਾਡੇ ਕੋਲ ਜਿਹੜਾ ਇਨੀਸ਼ੀਅਲ ਰॉ ਮਟੀਰੀਅਲ ਉਹ 'ਚ ਕੀ ਹੈਗਾ? ਸਟਾਰਚ ਹੈਗੀ ਆ। ਸਟਾਰਚ ਨੂੰ ਅਸੀਂ ਕਨਵਰਟ ਕਰਨਾ ਸ਼ੂਗਰਸ ਦੇ ਵਿੱਚ, ਦੈਨ ਇਟ ਵਿਲ ਕਨਵਰਟਡ ਇਨਟੂ ਅਲਕੋਹਲ। ਸੋ ਬੀਅਰ ਜਿਹੜੀ ਹੈਗੀ ਉਹ ਬਣਦੀ ਹੈਗੀ ਹੈ ਬਾਰਲੇ ਤੋਂ, ਮਾਲਟਡ ਬਾਰਲੇ ਜਿਹਨੂੰ ਅਸੀਂ ਜੌਂ ਕਹਿੰਦੇ ਹੈਗੇ ਆ। ਅਤੇ ਲੇਕਿਨ ਜ਼ਰੂਰੀ ਨਹੀਂ ਆ ਬਾਰਲੇ, ਅਦਰ ਸਟਾਰਚੀ ਗ੍ਰੇਨਸ ਵੀ ਹੋ ਸਕਦੇ ਜਿੱਦਾਂ ਮੇਜ਼ ਹੈ, ਰਾਈਸ ਹੈ। ਇਸ ਤੋਂ ਮੇਜ਼ ਔਰ ਰਾਈਸ ਤੋਂ ਵੀ ਅਸੀਂ ਬੀਅਰ ਬਣਾ ਸਕਦੇ ਹੈਗੇ। ਯੀਸਟ ਜਿਹੜਾ ਹੈਗਾ ਅਸੀਂ ਕਿਹੜਾ ਯੀਸਟ ਇਹ 'ਚ ਯੂਜ਼ ਕਰਨਾ? ਸੈਕਰੋਮਾਈਸਿਸ ਸੈਰਵੀਸੀ ਵੀ ਯੂਜ਼ ਸਕਦੇ ਹਾਂ ਅਤੇ ਸੈਕਰੋਮਾਈਸਿਸ ਕੈਰੀਬੈਨਜੈਨੇਸਿਸ ਵੀ ਯੂਜ਼ ਕਰ ਸਕਦੇ ਹਾਂ। ਅਤੇ ਕਮਰਸ਼ੀਅਲ ਪ੍ਰੋਡਕਸ਼ਨ ਦੇ ਵਿੱਚ 5 ਮੇਜਰ ਸਟੈਪਸ ਆਰ ਇਨਵੋਲਵਡ ਇਨ ਦਾ ਮੈਨੂਫੈਕਚਰ ਆਫ ਬੀਅਰ: ਮਾਲਟਿੰਗ, ਮੈਸ਼ਿੰਗ, ਫਰਮੈਂਟਿੰਗ, ਮੈਚਿਓਰਿੰਗ ਅਤੇ ਫਿਨਿਸ਼ਿੰਗ। ਮਾਲਟਿੰਗ 'ਚ ਆਪਾਂ ਕੀ ਕਰਨਾ ਹੈਗਾ? ਸਾਡੇ ਕੋਲ ਜਿਹੜੇ ਸਟਾਰਚੀ ਗ੍ਰੇਨਸ ਹੈਗੇ ਆ, ਸਪੋਜ਼ ਅਸੀਂ ਬਾਰਲੇ ਤੋਂ ਬਣਾ ਰਹੇ ਹੈਗੇ, ਉਹਨਾਂ ਨੂੰ ਪਹਿਲਾਂ ਅਸੀਂ ਕੀ ਕਰਨਾ ਹੈਗਾ? ਮਾਲਟ ਕਰਨਾ ਹੈਗਾ। ਮਾਲਟ ਇਜ਼ ਪ੍ਰਪੇਅਰਡ ਬਾਏ ਫਸਟ ਸੋਕਿੰਗ ਦਾ ਗ੍ਰੇਨ ਇਨ ਵਾਟਰ। ਠੀਕ ਹੈ, ਕਿ ਜਿਹੜੇ ਜੌਂ ਹੈਗੇ ਉਹਨਾਂ ਨੂੰ ਅਸੀਂ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾ ਹੈਗਾ। ਉਹਨਾਂ ਨੂੰ ਜਰਮੀਨੇਟ ਕਰਨਾ, ਟੈਂਪਰੇਚਰ ਕਰਤੇ ਰੱਖਣਾ ਹੈਗਾ 17 ਡਿਗਰੀ ਸੈਂਟੀਗ੍ਰੇਡ 'ਤੇ ਅਸੀਂ ਉਹਨਾਂ ਨੂੰ ਜਰਮੀਨੇਟ ਕਰਨਾ ਹੈਗਾ। ਜਰਮੀਨੇਸ਼ਨ ਦੇ ਡਿਊਰਿੰਗ ਜਿਹੜਾ ਹੈਗਾ ਕੀ ਹੁੰਦਾ ਹੈਗਾ, ਜੌਂ ਜਦੋਂ ਜਰਮੀਨੇਟ ਕਰਦੇ ਹੈਗੇ ਤਾਂ ਉਸ ਦੇ ਟਾਈਮ ਦੇ ਵਿੱਚ ਐਮਾਈਲੇਜ਼ਿਸ ਐਂਜ਼ਾਈਮ ਜਿਹੜਾ ਹੈਗਾ ਪ੍ਰੋਡਿਊਸ ਹੁੰਦਾ ਹੈਗਾ। ਅਤੇ ਐਮਾਈਲੇਜ਼ਿਸ ਜਿਹੜਾ ਹੈਗਾ ਉਹਨੇ ਕੀ ਕਰਨਾ ਹੈਗਾ? ਸਟਾਰਚ ਨੂੰ ਫਰਮੈਂਟੇਬਲ ਸਟਾਰਚ ਕਾਹਦੇ ਵਿੱਚ ਹੈ? ਬਾਰਲੇ 'ਚ ਸਟਾਰਚ ਹੈਗਾ, ਸਟਾਰਚ ਨੂੰ ਕਨਵਰਟ ਕਾਹਦੇ 'ਚ ਕਰ ਦੇਣਾ ਹੈਗਾ? ਫਰਮੈਂਟੇਬਲ ਸ਼ੂਗਰਸ ਦੇ ਵਿੱਚ। ਹੁਣ ਜਿਹੜਾ ਆਫਟਰ ਦਾ ਜਰਮੀਨੇਸ਼ਨ ਇਜ਼ ਕੰਪਲੀਟਡ, ਗ੍ਰੇਨ ਆਰ ਡਰਾਈਜ਼ ਐਟ 65 ਡਿਗਰੀ ਸੈਂਟੀਗ੍ਰੇਡ। ਹੁਣ ਅਸੀਂ ਡਰਾਈ ਕਰ ਦੇਣਾ ਸੋ ਦੈਟ ਇਹਦਾ ਵਾਟਰ ਜਿਹੜਾ ਹੈਗਾ ਸਾਰਾ ਇਵੈਪੋਰੇਟ ਹੋ ਜਾਏ। ਲੇਕਿਨ ਟੈਂਪਰੇਚਰ ਅਸੀਂ 100 ਨਹੀਂ ਕਰਨਾ, 65 ਹੀ ਰੱਖਣਾ ਹੈ। ਹੁਣ ਸਾਡੇ ਕੋਲ ਸਿੰਪਲ ਸ਼ੂਗਰ ਆ ਗਈ। ਠੀਕ ਹੈ, ਬਾਰਲੇ ਤੋਂ ਸਿੰਪਲ ਸ਼ੂਗਰ ਹੋ ਗਈ। ਉਸ ਤੋਂ ਬਾਅਦ ਅਸੀਂ ਕੀਤੀ ਉਹਦੀ ਮੈਸ਼ਿੰਗ ਕਿੱਦਾਂ ਕਰਨੀ ਹੈਗੀ ਆ? ਆਫਟਰ ਮਾਲਟਿੰਗ ਦਾ ਪਿਓਰ ਬਾਰਲੇ ਮਾਲਟ ਇਜ਼ ਇਨਵੇਰੀਏਬਲੀ ਮਿਕਸਡ ਵਿਦ ਅਦਰ ਗ੍ਰੇਨ ਸੱਚ ਐਜ਼ ਕੋਰਨ, ਰਾਈਸ, ਸੌਰਗਮ, ਵੀਟ ਐਕਸੈਟਰਾ। ਅਤੇ ਅਸੀਂ ਇੱਕ ਵਾਰੀ ਜਦੋਂ ਬਾਰਲੇ ਜਿਹੜਾ ਹੈਗਾ ਉਹ ਮਾਲਟਿੰਗ ਤੋਂ ਬਾਅਦ ਅਸੀਂ ਮਤਲਬ ਉਹਨੂੰ ਜਰਮੀਨੇਟ ਕਰ ਲਿੱਤਾ, ਉਹਨੂੰ ਅਸੀਂ ਉਹਦੇ ਵਿੱਚ ਦੂਸਰੇ ਗ੍ਰੇਨਸ ਵੀ ਜਿਨ੍ਹਾਂ 'ਚ ਸਟਾਰਚ ਆ ਉਹ ਮਿਕਸ ਕਰ ਸਕਦੇ ਹੈਗੇ। ਉਹਨੂੰ ਅਸੀਂ ਦੂਸਰੇ ਕਿਹੜੇ ਮਿਕਸ ਕਰ ਸਕਦੇ ਹਾਂ? ਕੋਰਨ, ਰਾਈ, ਸੌਰਗਮ ਹੁੰਦੀ ਚਰੀ, ਜਾਂ ਵੀਟ ਹੁੰਦੀ ਕਣਕ। ਅਸੀਂ ਇਹਨਾਂ ਨੂੰ ਮੱਕੀ, ਕਣਕ, ਰਾਏ, ਸੌਰਗਮ ਨੂੰ ਅਸੀਂ ਐਡ ਕਰ ਸਕਦੇ ਹੈਗੇ ਆ। ਅਤੇ ਇਹਨੂੰ ਅਸੀਂ ਕਹਿੰਦੇ ਗਰਾਊਂਡ ਮਾਲਟ ਐਂਡ ਗਰਾਊਂਡ ਮਾਲਟ ਜਿਹੜਾ ਹੈਗਾ ਇਹ ਪਹਿਲਾਂ ਮਿਕਸ ਕੀਤਾ ਜਾਂਦਾ ਵਾਰਮ ਵਾਟਰ 'ਤੇ ਵਿਦ ਵਾਰਮ ਵਾਟਰ ਅਬਾਊਟ 70 ਡਿਗਰੀ ਸੈਂਟੀਗ੍ਰੇਡ ਐਂਡ 5 pH ਰੱਖਣਾ ਅਸੀਂ। ਅਤੇ ਉਸ ਤੋਂ ਬਾਅਦ ਮੈਸ਼ਿੰਗ ਜਿਹੜੀ ਹੈਗੀ ਆ ਉਹਦੇ ਨਾਲ ਕੀ ਹੋਣੀ ਆ? ਹਾਈਡਰੋਲਿਸਿਸ ਹੋਣੀ ਹੈਗੀ ਆ। ਹਾਈਡਰੋਲਿਸਿਸ ਦੇ ਨਾਲ ਕੀ ਹੋਇਆ? ਸਟਾਰਚ ਜਿਹੜੀ ਹੈਗੀ ਆ ਉਹ ਡਾਈਜੈਸਟ ਹੋ ਜਾਣੀ ਹੈਗੀ ਆ, ਪ੍ਰੋਟੀਨਸ ਵੀ ਡਾਈਜੈਸਟ ਹੋ ਜਾਣੇ ਹੈਗੇ ਆ। ਅਤੇ ਜਿਹੜਾ ਇਹ ਹਾਈਡਰੋਲਾਈਜ਼ਡ ਹੋ ਜਾਣਾ ਸੋਲਿਊਸ਼ਨ ਆਫ ਮੈਸ਼ ਇਜ਼ ਫਿਲਟਰਡ ਐਂਡ ਫਿਲਟਰਡ ਇਜ਼ ਕਾਲਡ ਦਾ ਬੀਅਰ ਵੋਟ। ਇਹਨੂੰ ਅਸੀਂ ਕਹਿੰਦੇ ਬੀਅਰ ਵੋਟ ਬਣ ਗਿਆ। ਬੀਅਰ ਵੋਟ ਜਿਹੜਾ ਹੈਗਾ ਦੈਟ ਇਜ਼ ਅ ਰਿਚ ਨਿਊਟ੍ਰੀਐਂਟ ਮੀਡੀਅਮ ਫਾਰ ਦਾ ਮਾਈਕਰੋ ਆਰਗੈਨਿਜ਼ਮ। ਸੋ ਬੀਅਰ ਵੋਟ ਇਜ਼ ਨਾਓ ਬੋਇਲਡ ਵਿਦ ਹੋਪਸ। ਉਹਦੇ ਵਿੱਚ ਹੋਪਸ ਹੁੰਦੇ, ਹੋਪਸ ਬੇਸਿਕਲੀ ਫਲਾਵਰਸ ਹੁੰਦੇ ਹੈਗੇ, ਫਲਾਵਰਸ ਆਫ ਦਾ ਹੋਪ ਵਾਈਨ। ਇਹਨੂੰ ਅਸੀਂ ਕਹਿੰਦੇ ਹਿਊਮਿਲਸ ਲਿਊਪਿਲਸ। ਠੀਕ ਹੈ, ਹਿਊਮਿਲਸ ਲਿਊਪਿਲਸ ਦੇ ਫੀਮੇਲ ਫਲਾਵਰਸ ਹੁੰਦੇ ਹੈਗੇ ਆ। ਅਤੇ ਅਸੀਂ ਇਹਦੇ ਵਿੱਚ ਜਿਹੜਾ ਵੋਟ ਬਣਾਇਆ ਹੈਗਾ, ਵੋਟ ਨੂੰ ਅਸੀਂ ਦੇ ਵਿੱਚ ਬੀਅਰ ਵੋਟ ਦੇ ਵਿੱਚ ਇਹ ਕੀ ਪਾ ਦੇਣੇ? ਅਸੀਂ ਫਲਾਰ ਪਾ ਦੇਣੇ ਹੈਗੇ। ਇਹਦੇ ਨਾਲ ਬੇਸਿਕਲੀ ਫਲੇਵਰ ਅਰੋਮਾ ਜਿਹੜਾ ਹੈਗਾ ਉਹ ਵੀ ਆਏਗਾ। ਅਤੇ ਇਹਦੇ 'ਚ ਐਂਟੀ ਮਾਈਕਰੋਬੀਅਲ ਐਕਟੀਵਿਟੀਜ਼ ਹੁੰਦੀਆਂ। ਇਹਦੇ ਵਿੱਚ ਕੋਈ ਬੈਕਟੀਰੀਆ ਜਿਹੜੇ ਖਰਾਬ ਬੈਕਟੀਰੀਆ ਉਹ ਕੰਟੈਮੀਨੇਟ ਨਹੀਂ ਕਰ ਸਕਦੇ ਬੀਅਰ ਨੂੰ। ਠੀਕ ਹੈ, ਅਸੀਂ ਹੋਪ ਪਾ ਕੇ ਇਹਨੂੰ ਹੋਪ ਪਾਉਣ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ? ਨੈਕਸਟ ਪ੍ਰੋਸੈਸ ਕੀ ਹੈਗੀ ਆ ਬੀਅਰ ਪ੍ਰੋਡਕਸ਼ਨ ਦੇ ਵਿੱਚ? ਫਰਮੈਂਟਿੰਗ। ਫਿਰ ਅਸੀਂ ਫਰਮੈਂਟਿੰਗ ਕਰਨੀ ਹੈਗੀ ਆ। ਫਰਮੈਂਟਿੰਗ 'ਚ ਅਸੀਂ ਕਰਨਾ ਕਿ ਜਿਹੜਾ ਬੀਅਰ ਵੋਟ ਹੈਗਾ ਉਹਦੇ ਵਿੱਚ ਅਸੀਂ ਫਰਮੈਂਟੇਸ਼ਨ ਕਾਹਦੇ ਕਰਨੀ? ਸੈਕਰੋਮਾਈਸਿਸ ਸੈਰੀਵੇਸੀ ਜਾਂ ਫਿਰ
ਕੈਰੀਸਪ੍ਰੈਂਜਿਸਿਸ ਦੇ ਨਾਲ ਅਸੀਂ ਕਰ ਸਕਦੇ, ਦੋਨੋਂ ਸਪੀਸ਼ੀਜ਼ ਅਸੀਂ ਯੂਜ਼ ਕਰ ਸਕਦੇ ਹੈਗੇ ਆ ਸੈਕਰੋਮਾਈਸਿਸ ਦੀਆਂ। ਅਤੇ ਲੇਕਿਨ ਇਹ ਜਿਹੜੀ ਪ੍ਰੋਸੈਸ ਚੱਲੇਗੀ 5 to 14 ਡਿਗਰੀ ਸੈਂਟੀਗ੍ਰੇਡ 'ਤੇ ਚੱਲੇਗੀ 5 to 10 ਡੇਜ਼, ਠੀਕ ਹੈ। 5 to 10 ਡੇਜ਼ ਚੱਲੇਗੀ। ਉਸ ਤੋਂ ਬਾਅਦ ਅਸੀਂ ਮੈਚਿਊਰਿੰਗ ਕਰਨੀ ਹੈਗੀ ਆ। ਮੈਚਿਊਰਿੰਗ ਦੇ ਬਾਅਦ ਹੁਣ ਬੀਅਰ ਬਣ ਗਈ ਹੈਗੀ, ਜਿਹੜੀ ਫਰਮੈਂਟਡ ਬੀਅਰ ਵੋਟ ਹੈਗਾ ਉਹਨੂੰ ਅਸੀਂ ਰੈਫਰੀਜਰੇਟ ਕਰਨਾ ਹੈਗਾ 0 ਡਿਗਰੀ 'ਤੇ ਫॉर ਸੈਵਰਲ ਮੰਥਸ, ਠੀਕ ਹੈ। ਜੋ ਵੀ ਸਾਡੇ ਕੋਲ ਫਰਮੈਂਟਡ ਵੋਟ ਆਇਆ ਹੈਗਾ ਉਹਨੂੰ ਅਸੀਂ 0 ਡਿਗਰੀ ਸੈਂਟੀਗ੍ਰੇਡ 'ਤੇ ਕਾਫੀ ਯੂਜਲੀ 6 to 8 ਮੰਥ ਲਈ ਅਸੀਂ ਉਹਨੂੰ ਮੈਚਿਓਰ ਕਰਨਾ ਹੈਗਾ ਟੂ ਰਿਮੂਵ ਦਾ ਹਾਰਸ਼ ਫਲੇਵਰ ਐਂਡ ਅਦਰ ਅਨਡਿਜ਼ਾਇਰੇਬਲ ਕਰੈਕਟਰਿਸਟਿਕਸ। ਹਾਰਸ਼ ਐਂਡ ਅਨਡਿਜ਼ਾਇਰੇਬਲ ਕਰੈਕਟਰਿਸਟਿਕਸ ਦੇ ਨਾਲ ਜਿਹੜੇ ਹੈਗੇ ਉਹ ਖ਼ਤਮ ਹੋ ਜਾਂਦੇ ਆ। ਉਸ ਤੋਂ ਬਾਅਦ ਅਸੀਂ ਫਿਨਿਸ਼ਿੰਗ ਕਰਨੀ ਹੈ। ਫਿਨਿਸ਼ਿੰਗ ਕਿੱਦਾਂ ਕਰਨੀ ਹੈਗੀ ਆ? ਇਟ ਇਜ਼ ਫਾਈਨਲ ਸਟੈਪ ਇਨ ਵਿਚ ਦਾ ਮੈਚਿਓਰਡ ਬੀਅਰ ਜਿਹੜੀ ਹੈ ਕਾਰਬੋਨੇਟਡ, ਇਹਦੇ ਵਿੱਚ ਅਸੀਂ ਕਾਰਬੋਨੇਟਡ ਕਰਾਂਗੇ, ਫਿਲਟਰਡ ਐਂਡ ਫਾਈਨਲੀ ਬੋਟਲਡ, ਕੈਨਡ ਔਰ ਬੈਰਲਡ। ਬੈਰਲ ਭਰੇ ਦਿੱਤੇ ਜਾਂਦੇ ਆ, ਕੈਨ ਭਰੇ ਜਾਂਦੇ ਜਾਂ ਬੋਟਲਿੰਗ ਕੀਤੀ ਜਾਂਦੀ ਹੈ, ਲੇਕਿਨ ਉਸ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਕਾਰਬੋਨੇਟਡ ਕਰਦੇ ਹੈਗੇ ਆ। ਬੋਟਲ ਔਰ ਕੈਨਡ ਬੀਅਰ ਯੂਜ਼ਲੀ ਪਾਸਚਰਾਈਜ਼ 60 ਡਿਗਰੀ ਸੈਂਟੀਗ੍ਰੇਡ ਫਾਰ ਅਬਾਊਟ 20 ਮਿੰਟਸ ਟੂ ਪ੍ਰੀਵੈਂਟ ਦਾ ਇਹ ਮਾਈਕਰੋਬੀਅਲ ਸਪਾਇਲਿਸ਼। ਅਤੇ ਇਹਦੀ ਪਾਸਚਰਾਈਜੇਸ਼ਨ ਅਸੀਂ 60 ਡਿਗਰੀ 'ਤੇ 20 ਮਿੰਟਸ ਲਈ ਕਰਨੀ ਹੈਗੀ ਤਾਂ ਕਿ ਇਹਦੇ 'ਚ ਕੋਈ ਕੰਟੈਮੀਨੇਸ਼ਨ ਨਾ ਹੋਵੇ। ਇਹ ਹੈਗਾ ਬੇਟਾ ਫਲੋ ਡਾਇਗਰਾਮ। ਇਹ ਬਾਰਲੇ ਦੇਖੋ, ਬਾਰਲੇ ਦੀ ਅਸੀਂ ਮਾਲਟਿੰਗ ਕੀਤੀ। ਮਾਲਟਿੰਗ ਕਰਨ ਤੋਂ ਬਾਅਦ ਜਿਹੜਾ ਮਾਲਟਡ ਬਾਰਲੇ ਆਇਆ ਉਹਦੇ ਵਿੱਚ ਬਾਕੀ ਅਸੀਂ ਜਿੱਦਾਂ ਕਣਕ, ਚਰੀ, ਰਾਈ ਅਤੇ ਜਵਾਰ ਜਿਹੜੀ ਹੈਗੀ ਆ ਉਹਨੂੰ ਅਸੀਂ ਐਡ ਕਰ ਸਕਦੇ ਹਾਂ। ਪਾਣੀ ਪਾਉਣਾ ਹੈਗਾ। ਪਾਣੀ ਪਾਉਣ ਤੋਂ ਬਾਅਦ ਅਸੀਂ ਇਹਨੂੰ ਫਿਰ ਇਹਦੀ ਮੈਸ਼ਿੰਗ ਕਰਨੀ ਹੈਗੀ ਆ। ਮੈਸ਼ਿੰਗ ਪਾਉਣ ਲਈ ਅਸੀਂ ਇਹਨੂੰ ਮੈਸ਼ ਟੱਬ 'ਚ ਪਾ ਦੇਣਾ ਹੈਗਾ। ਮੈਸ਼ ਟੱਬ ਤੋਂ ਬਾਅਦ ਇਹ ਫਿਲਟਰ ਹੋਏਗਾ। ਫਿਲਟਰ ਹੋ ਕੇ ਇਹ ਕੀ ਬਣ ਜਾਏਗਾ? ਬੀਅਰ ਵੋਟ ਬਣ ਜਾਏਗਾ। ਬੀਅਰ ਵੋਟ ਤੁਸੀਂ ਦੇਖਿਓ ਹੀ, ਬੀਅਰ ਵੋਟ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਮੋਸਟਲੀ 6 to 10% ਮਾਲਟੋਸ ਹੁੰਦਾ ਹੈ, 2% ਜਿਹੜਾ ਹੁੰਦਾ ਹੈਗਾ ਉਹ ਡੈਕਸਟਰੀਨ ਹੁੰਦਾ ਅਤੇ ਅਦਰ ਐਕਸਟਰੈਕਟਿਵਸ ਹੁੰਦੇ ਹੈਗੇ। ਇਹਦੇ ਵਿੱਚ ਹੀ ਹੋਪ ਫਲਾਵਰਸ ਐਡ ਕਰ ਦਿੱਤੇ। ਉਸ ਤੋਂ ਬਾਅਦ ਅਸੀਂ ਉਹਨੂੰ ਕੀ ਕੀਤਾ? ਬੀਅਰ ਵੋਟ ਨੂੰ ਬੋਇਲ ਕੀਤਾ। ਬੋਇਲ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਕੀ ਹੈਗੇ ਕੂਲਿੰਗ ਜਿਹੜੀ ਦਿਖਾ ਰਹੇ ਹੈਗੇ। ਕੂਲਿੰਗ ਕਿਹੜੀ ਪ੍ਰੋਸੈਸ ਹੈਗੀ ਆ? ਦੈਟ ਇਜ਼ ਦਾ ਮੈਚਿਓਰਿੰਗ। ਕੂਲਿੰਗ ਜਿਹੜੀ ਹੈਗੀ ਇੱਥੇ ਮੈਚਿਓਰਿੰਗ ਹੋ ਰਹੀ ਹੈਗੀ ਆ, ਸੋਰੀ ਕੂਲਿੰਗ ਦੇ ਜਿਹੜੀ ਹੈਗੀ ਹੈ ਇਹਦੇ ਫਰਮੈਂਟੇਸ਼ਨ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ। ਕੂਲਿੰਗ ਕਰਨ ਤੋਂ ਬਾਅਦ ਅਸੀਂ ਫਰਮੈਂਟੇਸ਼ਨ, ਕਿਉਂਕਿ ਬੋਇਲਿੰਗ ਟੈਂਪਰੇਚਰ ਅਸੀਂ ਸੈਕਰੋਮਾਈਸਿਸ ਸੈਰੀਵੇਸਿਸ ਪਾਵਾਂਗੇ ਅਤੇ ਉਹ ਸੈਕਰੋਮਾਈਸਿਸ ਸੈਰੀਵੇਸਿਸ ਹੀ ਮਰ ਜਾਏਗਾ। ਕੂਲਿੰਗ ਬੇਸਿਕਲੀ ਅਸੀਂ ਤਾਂ ਕਰਨੀ ਹੈਗੀ ਆ ਫਰਮੈਂਟਰ 'ਚ ਜਾਣ ਤੋਂ ਪਹਿਲਾਂ, ਕਿਉਂਕਿ ਇੱਥੇ ਬੋਇਲਿੰਗ ਟੈਂਪਰੇਚਰ ਹੈਗਾ। ਅਤੇ ਉਸ ਤੋਂ ਬਾਅਦ ਅਸੀਂ ਕੂਲਿੰਗ ਕਰਨ ਤੋਂ ਬਾਅਦ ਇਨੋਕੂਲੇਸ਼ਨ ਕੀਤੀ ਪਿਓਰ ਕਲਚਰ ਆਫ ਯੀਸਟ ਦੇ ਨਾਲ ਫਰਮੈਂਟਰ ਦੇ ਵਿੱਚ। ਅਤੇ ਫਰਮੈਂਟਰ ਨੂੰ ਅਸੀਂ ਜਿਹੜਾ ਹੈਗਾ ਸਟਾਰਟਿੰਗ ਟੈਂਕ ਵੀ ਬੋਲਦੇ ਹੈਗੇ ਆ। ਫਰਮੈਂਟੇਸ਼ਨ ਟੈਂਕ ਜਿਹੜਾ ਹੈਗਾ ਉਹਦੇ ਵਿੱਚ ਅਸੀਂ 5 to 10 ਡੇਜ਼ ਦੇ ਵਿੱਚ ਅਸੀਂ ਰੱਖਿਆ ਹੈਗਾ। ਫਰਮੈਂਟੇਸ਼ਨ ਕੀਤੀ, ਕਾਰਬਨ ਡਾਈਆਕਸਾਈਡ ਬਾਹਰ ਰਿਵੋਲਵ ਹੋਣ ਦਿੱਤੀ। ਉਸ ਤੋਂ ਬਾਅਦ ਅਸੀਂ ਮੈਚਿਓਰਿੰਗ ਕੀਤੀ 0 ਡਿਗਰੀ ਸੈਂਟੀਗ੍ਰੇਡ 'ਤੇ। ਫਿਰ ਅਸੀਂ ਇਹਨੂੰ ਫਿਲਟਰ ਕੀਤਾ। ਫਿਲਟਰ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਦੀ ਹੈਲਪ ਨਾਲ ਕਾਰਬੋਨੇਟਡ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨੂੰ ਬੈਰਲ ਬੋਟਲਸ ਦੇ ਵਿੱਚ ਅਸੀਂ ਪੈਕ ਕਰਕੇ ਮਾਰਕੀਟ ਲਈ ਭੇਜ ਦਿੱਤਾ। ਸੋ ਡਿਫਰੈਂਟ ਟਾਈਪਸ ਆਫ ਬੀਅਰਸ ਕਿਹੜੀਆਂ? ਲੈਜਰ ਬੀਅਰ, ਰੌਕ ਬੀਅਰ, ਐਲੀ ਬੀਅਰ, ਪੋਰਟਰ ਬੀਅਰ, ਵਿਜ਼ ਬੀਅਰ ਐਂਡ ਸਟਾਊਟ ਬੀਅਰ। ਜਿਹੜੀ ਲੈਜਰ ਬੀਅਰ ਹੁੰਦੀ ਹੈਗੀ ਆ, ਇਟ ਮੀਨਸ ਲਿਟਰਲੀ ਦਾ ਸਟੋਰਡ ਬੀਅਰ। ਸਟੋਰਡ ਬੀਅਰ ਇਹਦਾ ਮਤਲਬ ਹੈਗਾ ਜਿਹੜੀ ਲੈਜਰ ਬੀਅਰ ਹੈਗੀ ਆ ਪ੍ਰੋਡਿਊਸ ਹੁੰਦੀ ਹੈਗੀ ਆ ਬੋਟਮ ਫਰਮੈਂਟੇਸ਼ਨ ਐਂਡ ਹਾਈ ਇਨ ਅਲਕੋਹਲ ਕੰਟੈਂਟ। ਇਹਦੇ 'ਚ ਅਲਕੋਹਲ ਕੰਟੈਂਟ ਹੁੰਦਾ 3.93%। ਅਤੇ ਇਹਦੇ ਵਿੱਚ ਹੋਪਸ ਜਿਹੜੇ ਹੁੰਦੇ ਉਹ ਘੱਟ ਹੁੰਦੇ ਹੈਗੇ ਆ, ਫਲਾਰ ਜਿਹੜੇ ਹੁੰਦੇ ਉਹ ਘੱਟ ਹੁੰਦੇ ਹੈਗੇ। ਅਤੇ ਸੈਕਿੰਡ ਜਿਹੜਾ ਹੁੰਦਾ ਅਰੋਮਾ ਵੀ ਘੱਟ ਹੋਏਗੀ ਇਹਦੇ 'ਚ, ਠੀਕ ਹੈ। ਰੌਕ ਬੀਅਰ ਜਿਹੜੀ ਹੈਗੀ ਹੈ ਥੋੜ੍ਹੀ ਸਟਰੋਂਗ ਹੁੰਦੀ। ਬੌਕ ਬੀਅਰ ਥੋੜ੍ਹੀ ਜਿਹੀ ਸਟਰੋਂਗ ਹੋਏਗੀ ਲੇਜਰ ਬੀਅਰ ਨਾਲੋਂ। ਇਹਦੇ ਵਿੱਚ ਹੈਵੀ ਬੀਅਰ ਡਾਰਕ ਇਨ ਕਲਰ ਹੋਏਗੀ ਅਤੇ ਹਾਈ ਇਨ ਅਲਕੋਹਲ 4.69% ਇਹਦੇ ਵਿੱਚ ਅਲਕੋਹਲਿਕ ਕੰਟੈਂਟ ਹੋਏਗਾ। ਅਤੇ ਇਟ ਇਜ਼ ਬਰਿਊਡ ਫਾਰ ਕੰਜ਼ੰਪਸ਼ਨ ਇਨ ਅਰਲੀ ਸਪਰਿੰਗ। ਇਹਨੂੰ ਇੱਕ ਪਰਟੀਕੂਲਰ ਸੀਜ਼ਨ ਦੇ ਵਿੱਚ ਹੀ ਬਰਿਊ ਕੀਤਾ ਜਾਂਦਾ ਹੈਗਾ। ਐਲੀ ਬੀਅਰ ਜਿਹੜੀ ਹੈਗੀ ਆ ਉਹ ਪੀਲੇ ਰੰਗ ਦੀ ਹੁੰਦੀ ਹੈਗੀ ਆ ਅਤੇ ਜਿਹੜਾ ਟੇਸਟ ਹੁੰਦਾ ਟਾਰਟ ਹੁੰਦਾ, ਹਾਈ ਇਨ ਅਲਕੋਹਲ ਹੁੰਦੀ 4.7% ਐਂਡ ਇਹ 'ਚ ਹੋਪਸ ਜ਼ਿਆਦਾ ਹੁੰਦੇ ਹੈਗੇ ਆ ਅਤੇ ਇਹ ਟੌਪ ਫਰਮੈਂਟੇਸ਼ਨ ਨਾਲ ਬਣਾਈ ਜਾਂਦੀ ਹੈ। ਪੋਰਟਰ ਬੀਅਰ ਜਿਹੜੀ ਹੁੰਦੀ ਹੈ ਇਟ ਇਜ਼ ਡਾਰਕ ਐਲੀ ਬਟ ਸਵੀਟਰ ਦੈਨ ਯੂਜ਼ੁਅਲ ਐਲੀ ਇਨ ਟੇਸਟ। It is brewed from dark or black malt to produce the wort of high flavor of hop is less distinct. Whiz beer ਜਿਹੜੀ ਹੁੰਦੀ ਹੈਗੀ ਆ the beer is produced mainly from the wheat,
ठीक है, कणक तो भी बनाते उन्होंने, इसलिए विज कहते हैं। तो ये अल्कोहल कंटेंट बहुत घट होंगे, 2.75% ही होंगे है। तो ये जी फ्लेवर अलग होंगी हैगी आ, थोड़ी डिफरेंट होंगी हैगी आ, ते थोड़ी टर्बिड दिखाई देंदी हैगी आ, ट्रांसपेरेंट नहीं होंगी। स्टाउट बीयर जी होंगी हैगी आ, ये स्ट्रोंगर पोर्टर बीयर होंगी हैगी आ, हाई अल्कोहल कंसनट्रेशन होंगी है, डार्क इन कलर होंगी है, स्वीट टेस्ट होंगी है, तो स्ट्रोंग फ्लेवर ऑफ माल्ट आती है, ये हॉप्स जोड़े है वो ज़्यादा होंगे है दैन द पोर्टर बीयर। तो लास्ट होंगी है सीरियल बीवरेज। सीरियल बीवरेज मतलब कि होंगे द बीयर कंटेन 0.5% अल्कोहल एंड समटाइम्स रेफर द नियर बीयर। सो दीज आर द डिफरेंट टाइप्स ऑफ बीयर। So students draw a well diagram of production of alcohol as well as beer, the flow diagram of beer production, and send it to me on my mail ID. Thank you. Anything not clear, you can call me up anytime. Okay.